ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਲ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਉੱਪਰ ਸਾਡੇ ਨਾਲ ਵਿਚਾਰ ਚਰਚਾ ਕਰਨਗੇ ਸਹਿਯੋਗੀ ਮਨਦੀਪ ਸਿੰਘ ਟੁੱਟ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਕੈਨੇਡਾ ਵੱਲੋਂ ਹੁਣ ਕਰੋਨਾ ਵਾਇਰਸ ਦੇ ਜੋ ਹਾਲਾਤ ਬਣੇ ਹੋਏ ਨੇ, ਕਰੋਨਾ ਵੇਰੀਐਂਟ ਜੋ ਇੱਕ ਨਵਾਂ ਸਾਹਮਣੇ ਆਇਆ, ਉਸ ਤੋਂ ਬਾਅਦ ਯਾਤਰਾ ਦੇ ਨਿਯਮ ਐਲਾਨ ਕੀਤੇ ਗਏ। ਉਸ ਤੋਂ ਬਾਅਦ ਹੁਣ 에ਅਰਪੋਰਟ ਤੋਂ ਖਾਸ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ। ਕੀ ਦੱਸਿਆ ਜਾ ਰਿਹਾ ਹੈ, ਕੀ ਮਾਹੌਲ ਇੱਥੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ? ਬਿਲਕੁਲ ਜੀ, ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਇਹ ਨਵਾਂ ਵੇਰੀਐਂਟ ਖਾਸ ਕਰਕੇ ਇਸ ਵਕਤ ਸਾਹਮਣੇ ਆਇਆ, ਓਮਿਕਰੋਨ ਜਿਹਦਾ ਨਾਮ ਰੱਖਿਆ ਗਿਆ, ਉਹਨੂੰ ਲੈ ਕੇ ਪੂਰੀ ਦੁਨੀਆ 'ਚ ਇੱਕ ਵਾਰੀ ਫੇਰ ਚਿੰਤਾ ਵੱਧ ਗਈ ਆ ਤੇ ਵੱਖ-ਵੱਖ ਦੇਸ਼ ਜਿਹੜੇ ਉਹ ਯਾਤਰਾ ਪਾਬੰਦੀਆਂ ਲਗਾ ਰਹੇ ਨੇ ਔਰ ਸਖਤੀ ਜਿਹੜੀ ਆ ਯਾਤਰਾ ਪਾਬੰਦੀਆਂ ਨੂੰ ਲੈ ਕੇ ਕੀਤੀ ਜਾ ਰਹੀ ਆ, ਜਿਸ ਕਾਰਨ ਕਾਫੀ ਜਿਹੜੇ ਨਿਯਮ ਨੇ ਉਹ ਬਦਲੇ ਗਏ ਨੇ। ਕੁਝ ਇਸੇ ਤਰੀਕੇ ਨਾਲ ਕੈਨੇਡਾ ਸਰਕਾਰ ਵੱਲੋਂ ਵੀ ਕੀਤਾ ਗਿਆ ਔਰ ਖਾਸ ਕਰਕੇ ਜੋ ਇੱਕ ਐਲਾਨ ਕੀਤਾ ਗਿਆ, ਇਹ ਤਾਂ ਪਹਿਲਾਂ ਤੋਂ ਵੀ ਚੱਲ ਹੀ ਰਿਹਾ ਸੀ ਕਿ ਤੁਸੀਂ ਜੇਕਰ ਬਾਹਰੋਂ ਕਿਤੇ ਆਉਂਦੇ ਹੋ ਤਾਂ ਉੱਥੋਂ ਤੁਸੀਂ ਆਪਣਾ ਕੋਵਿਡ ਦਾ ਜਿਹੜਾ ਟੈਸਟ ਆ, RT-PCR ਟੈਸਟ ਜਿਹੜਾ ਤੁਸੀਂ ਕਰਵਾ ਕੇ ਆਉਂਦੇ ਹੋ। ਔਰ ਪਰ ਕਿਉਂਕਿ ਹੁਣ ਜਦੋਂ ਤੋਂ ਇਹ ਨਵਾਂ ਵੇਰੀਐਂਟ ਆਇਆ, ਉਸ ਤੋਂ ਬਾਅਦ ਫਿਰ ਇਹ ਕਰ ਦਿੱਤਾ ਗਿਆ ਕਿ ਜਿੰਨੇ ਵੀ ਲੋਕ ਬਾਹਰੋਂ ਆਉਂਦੇ ਨੇ, ਕੈਨੇਡਾ ਵੱਲੋਂ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਛੋੜ ਦਿੱਤੀ ਗਈ ਸੀ ਔਰ ਜਿੰਨੇ ਵੀ ਯਾਤਰੀ ਬਾਹਰੋਂ ਆਉਣਗੇ ਉਹਨਾਂ ਸਾਰਿਆਂ ਦਾ ਕੈਨੇਡਾ ਦੇ 에ਅਰਪੋਰਟ ਉੱਤੇ ਵੀ ਜਿਹੜਾ ਕੋਵਿਡ ਟੈਸਟ ਜਿਹੜਾ ਉਹ ਕੀਤਾ ਜਾਵੇਗਾ। ਸੋ ਇਸ ਮਾਮਲੇ ਨੂੰ ਲੈ ਕੇ ਹੁਣ ਕਾਫੀ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਕਾਫੀ ਲੋਕਾਂ 'ਚ ਕਨਫਿਊਜ਼ਨ ਵੀ ਜਿਹੜੀ ਉਹ ਪੈਦਾ ਹੋ ਰਹੀ ਆ। ਲੋਕਾਂ ਨੂੰ ਹਾਲੇ ਤੱਕ ਇਸ ਗੱਲ ਦੀ ਵੀ ਕਨਫਿਊਜ਼ਨ ਹੈ ਕਿ ਜਿਹੜਾ ਇਹ ਟੈਸਟ ਹੋਵੇਗਾ ਇਹ ਫ੍ਰੀ ਹੋਵੇਗਾ ਜਾਂ ਇਹਦੇ ਪੈਸੇ ਲਏ ਜਾਣਗੇ। ਖੈਰ ਉਹ ਤਾਂ ਚਲੋ ਉਹਨਾਂ ਨੂੰ 에ਅਰਪੋਰਟ ਤੇ ਪਤਾ ਲੱਗ ਜਾਊਗਾ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਹੁਣ ਜਿਹੜੇ 에ਅਰਪੋਰਟ ਪ੍ਰਬੰਧਨ ਨਾਲ ਸੰਬੰਧਿਤ ਜਿਹੜੇ ਵੱਡੇ ਅਧਿਕਾਰੀ ਨੇ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਤਰੀਕੇ ਨਾਲ ਇਹ ਸੰਭਵ ਨਹੀਂਗਾ ਕਿ ਜਿੰਨੇ ਵੀ ਯਾਤਰੀ ਜਿਹੜੇ ਆ, ਜਿੰਨੀਆਂ ਵੀ ਫਲਾਈਟਾਂ ਆਉਂਦੀਆਂ ਨੇ ਅਮਰੀਕਾ ਨੂੰ ਛੱਡ ਕੇ, ਜੇਕਰ ਅਸੀਂ ਸਾਰਿਆਂ ਦੇ ਜਿਹੜੇ ਕੋਵਿਡ ਟੈਸਟ 에ਅਰਪੋਰਟ ਤੇ ਕਰਨ ਲੱਗ ਜਾਈਏ ਤਾਂ ਇਸ ਤਰੀਕੇ ਨਾਲ ਜਿਹੜਾ ਵਾ ਬਹੁਤ ਸਮਾਂ ਲੱਗ ਜਾਵੇਗਾ। ਘੰਟਿਆਂ ਤੱਕ ਦੀ ਜਿਹੜੀ ਵੇਟ ਹੈ ਉਹ ਕਰਨੀ ਪਵੇਗੀ। ਹਾਲਾਂਕਿ ਪਿਛਲੇ ਦਿਨੀ ਦੇਖਣ ਦਾ ਮੌਕਾ ਮਿਲਿਆ ਸੀ 에ਅਰਪੋਰਟ ਤੇ ਇਹ ਤਜਰਬਾ, ਤਾਂ ਉੱਥੇ ਦੇਖਿਆ ਸੀ ਕਿ ਉੱਥੇ 16 ਕੁ ਜਿਹੜੇ ਬੂਥ ਲੱਗੇ ਨੇ, ਭਾਵ ਕਿ 16 ਕੁ ਬੂਥਾਂ ਵਿੱਚ ਟੈਸਟਿੰਗ ਹੋ ਰਹੀ ਆ। ਪਰ ਉਸ ਵਕਤ ਜਿਹੜੀ ਇਹ ਟੈਸਟਿੰਗ ਦੀ ਉਹ ਰੈਂਡਮਲੀ ਜਿਹੜੇ ਆ ਉਹ ਪੈਸੰਜਰ ਫਲਾਈਟ ਦੇ ਵਿੱਚੋਂ ਪਿਕ ਕੀਤੇ ਜਾਂਦੇ ਆ ਵੀ ਕਿਉਂਕਿ ਸਾਰਿਆਂ ਦੇ ਨਹੀਂ ਕੀਤੇ ਜਾਂਦੇ, ਕੋਈ ਵੇਲੇ ਨੂੰ ਪਿਕ ਕਰਕੇ ਰੈਂਡਮਲੀ ਜਿਹਨੂੰ ਕਿਹਾ ਜਾਂਦਾ ਉੱਤੋਂ ਪਿਕ ਕਰਕੇ ਜਿਹੜਾ ਸੀ ਉਹ ਟੈਸਟਿੰਗ ਕੀਤੀ ਜਾਂਦੀ ਸੀਗੀ। ਪਰ ਕਿਉਂਕਿ ਹੁਣ ਜਦੋਂ ਸਾਰਿਆਂ ਦੀ ਟੈਸਟਿੰਗ ਕਰਨੀ ਆ ਤਾਂ ਇਹਦੇ ਵਿੱਚ ਫਿਰ ਉਹਨਾਂ ਅਧਿਕਾਰੀਆਂ ਦਾ ਕਹਿਣਾ ਕਿ ਕਸਟਮ ਰੂਮ ਦੇ ਵਿੱਚ ਜਿਹੜਾ ਵਾ ਇਹਨਾਂ ਯਾਤਰੀਆਂ ਨੂੰ ਘੰਟਿਆਂ ਤੱਕ ਦੀ ਜਿਹੜੀ ਉਹ ਉਡੀਕ ਕਰਨੀ ਪੈ ਸਕਦੀ ਆ, ਲੰਬੀਆਂ ਲਾਈਨਾਂ ਲੱਗ ਜਾਣਗੀਆਂ ਔਰ ਕਿਉਂਕਿ ਪਹਿਲਾਂ ਰਜਿਸਟ੍ਰੇਸ਼ਨ ਵੀ ਕਰਾਉਣੀ ਪਊਗੀ, ਉਸ ਤੋਂ ਫਿਰ ਬਾਅਦ ਜਾ ਕੇ ਜਿਹੜਾ ਉਹ ਕੋਵਿਡ ਟੈਸਟ ਵੀ ਹੋਊਗਾ। ਸੋ ਸਾਰੀਆਂ ਚੀਜ਼ਾਂ ਨੂੰ ਸਮਾਂ ਵੀ ਲੱਗਦਾ ਔਰ ਯਾਤਰੀ ਜਿਹੜੇ ਉਹ ਇਸ ਵਕਤ ਕਾਫੀ ਆ ਰਹੇ ਨੇ। ਜਿੰਨੀਆਂ ਵੀ ਫਲਾਈਟਾਂ ਚੱਲ ਰਹੀਆਂ ਨੇ, ਬੇਸ਼ੱਕ ਇਸ ਵਕਤ ਕਮਰਸ਼ੀਅਲ ਫਲਾਈਟਾਂ ਬਹੁਤੀਆਂ ਥਾਵਾਂ ਤੋਂ ਬੰਦ ਨੇ, ਪਰ ਫਿਰ ਵੀ ਜਿੰਨੀਆਂ ਵੀ ਫਲਾਈਟਾਂ ਚੱਲ ਰਹੀਆਂ ਨੇ ਉਸ ਹਿਸਾਬ ਦੇ ਨਾਲ ਰਸ਼ ਬਹੁਤ ਜ਼ਿਆਦਾ ਹੋ ਜਾਊਗਾ। ਸੋ ਇਸ ਮਾਮਲੇ ਨੂੰ ਲੈ ਕੇ ਕਨਫਿਊਜ਼ਨ ਵੀ ਆ ਔਰ ਇੱਥੋਂ ਤੱਕ ਵੀ ਉਹਨਾਂ ਨੇ ਸ਼ੰਕਾ ਜਤਾਈ ਆ ਕਿ ਘੰਟਿਆਂ ਤੱਕ ਜੇਕਰ ਲੋਕਾਂ ਨੂੰ ਵੇਟ ਕਰਨੀ ਪਈ ਤਾਂ ਕਸਟਮ ਰੂਮ ਦੇ ਵਿੱਚ 에ਅਰਪੋਰਟ ਤੇ ਹਫੜਾ ਦਫੜੀ ਵਾਲਾ ਮਾਹੌਲ ਜਿਹੜਾ ਆ ਉਹ ਪੈਦਾ ਹੋ ਸਕਦਾ ਆ। ਸੋ ਇਸ ਮਾਮਲੇ ਨੂੰ ਲੈ ਕੇ ਹੁਣ ਕੈਨੇਡਾ ਸਰਕਾਰ ਤੋਂ ਕੋਈ ਹੱਲ ਕੱਢਣ ਦੀ ਜਿਹੜੀ ਉਹ ਮੰਗ ਕੀਤੀ ਜਾ ਰਹੀ ਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਘੰਟਿਆਂ ਤੱਕ ਜਿਹੜੀ ਉਹ ਲੋਕਾਂ ਨੂੰ 에ਅਰਪੋਰਟ ਤੇ ਉਡੀਕ ਕਰਨੀ ਪਵੇ ਟੈਸਟ ਕਰਾਉਣ ਦੇ ਲਈ, ਕਿਉਂਕਿ ਰੂਲ ਇਹ ਸੀ ਟੈਸਟ ਕਰਾਉਣਾ ਪਊਗਾ। ਉਸ ਤੋਂ ਬਾਅਦ ਜਦੋਂ ਤੁਸੀਂ ਘਰ ਜਾਂਦੇ ਹੋ ਤਾਂ ਤੁਹਾਨੂੰ ਜਿਹੜੇ ਉਹ ਆਪਣੇ ਆਪ ਨੂੰ ਆਈਸੋਲੇਟ ਕਰਨਾ ਪਊਗਾ। ਜਦ ਤੱਕ ਉਹਦਾ ਰਿਪੋਰਟ ਜਿਹੜੀ ਉਹ ਨੈਗੇਟਿਵ ਨਹੀਂ ਆਉਂਦੀ, ਉਦੋਂ ਤੱਕ ਤੁਹਾਨੂੰ ਕਿਤੇ ਵੀ ਬਾਹਰ ਨਿਕਲਣ ਦੀ ਜਿਹੜੀ ਉਹ ਆਗਿਆ ਨਹੀਂ ਆ। ਸੋ ਇਹ ਜਿਹੜੇ ਨਵੇਂ ਨਿਯਮ ਬਣਾਏ ਗਏ ਸੀ, ਸੋ ਇਹਨਾਂ ਉੱਤੇ ਇਹ ਸਵਾਲ ਨੇ ਕਿ 에ਅਰਪੋਰਟ ਤੇ ਕੀ ਇਹ ਸੰਭਵ ਹੈ ਕਿ ਹਰ ਕਿਸੇ ਵਿਅਕਤੀ ਦਾ ਜੋ ਵੀ ਬਾਹਰੋਂ ਆਉਂਦਾ ਉਹਦਾ ਟੈਸਟ ਕੀਤਾ ਜਾਵੇ। ਔਰ ਇਸੇ ਸੰਬੰਧੀ ਜਿਹੜੇ ਸਵਾਲ ਹੁਣ 에ਅਰਪੋਰਟ ਨਾਲ ਸੰਬੰਧਿਤ ਸੀਨੀਅਰ ਅਧਿਕਾਰੀਆਂ ਨੇ ਚੱਕੇ ਨੇ ਔਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਸੋ ਦੇਖਦੇ ਆ ਸਰਕਾਰ ਇਸ ਨਿਯਮ ਨੂੰ ਬਦਲਦੀ ਆ ਜਾਂ ਫਿਰ ਕੁਝ ਹੋਰ ਕਰਦੀ ਆ ਔਰ ਇਹ ਸਖਤੀ ਇਸੇ ਤਰੀਕੇ ਨਾਲ ਬਰਕਰਾਰ ਰਹਿੰਦੀ ਹੈ। ਜੀ, ਇਸ ਤੋਂ ਇਲਾਵਾ ਹੁਣ ਬਾਕੀ ਸੂਬਿਆਂ ਵੱਲੋਂ ਵੀ ਆਪਣੇ ਤੌਰ ਤੇ ਕਦਮ ਚੁੱਕੇ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਕਈ ਧਾਰਮਿਕ ਥਾਵਾਂ ਤੇ ਜਾਣ ਦੇ ਲਈ ਦਾਖਲੇ ਤੋਂ ਪਹਿਲਾਂ ਤੁਹਾਡੇ ਤੋਂ ਵੈਕਸੀਨੇਸ਼ਨ ਸਟੇਟਸ ਜਿਹੜਾ ਹੈ ਉਹ ਮੰਗਣ ਦੀ ਗੱਲ ਸਾਹਮਣੇ ਆ ਰਹੀ ਹੈ। ਸੋ ਇੱਥੋਂ ਕਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਤੋਂ? ਜੀ ਬਿਲਕੁਲ, ਕਿਉਂਕਿ ਵੈਕਸੀਨ ਨੂੰ ਲੈ ਕੇ ਜਿਹੜੀ ਆ ਹੁਣ ਹੋਰ ਸਖਤੀ ਜਿਹੜੀ ਕੀਤੀ ਜਾ ਰਹੀ ਹੈ, ਕਿਉਂਕਿ ਇਸ ਵੇਰੀਐਂਟ ਤੋਂ ਬਚਣ ਲਈ ਜਿਹੜਾ ਵਾ ਉਹ ਹੋਰ ਰਸਤੇ ਤਲਾਸ਼ੇ ਜਾ ਰਹੇ ਨੇ
ਔਰ ਹਾਲਾਂਕਿ ਪਹਿਲਾਂ ਵੀ ਇਹ ਸਾਰਾ ਕੁਝ ਹੋ ਚੁੱਕਾ ਆ ਕਿ ਜਿੱਥੇ ਵੀ ਤੁਸੀਂ ਜਾਣਾ ਆ ਪਬਲਿਕ ਥਾਵਾਂ ਤੇ ਇੰਡੋਰ ਮਾਸਕ ਵੀ ਪਾਉਣੇ ਆ ਤੇ ਤੁਹਾਡੇ ਵੈਕਸੀਨ ਵੀ ਜਿਹੜੀ ਉਹ ਲੱਗੀ ਹੋਣੀ ਚਾਹੀਦੀ ਹੈ। ਪਰ ਹੁਣ ਜਦੋਂ ਅਸੀਂ ਗੁਰਦੁਆਰਿਆਂ 'ਚ ਜਾਂਦੇ ਆ, ਔਰ ਇਹ ਸਿਰਫ ਗੁਰਦੁਆਰਿਆਂ ਲਈ, ਜਿੰਨੇ ਵੀ ਧਾਰਮਿਕ ਸਥਾਨ ਨੇ, ਚਾਹੇ ਮੰਦਿਰ ਨੇ, ਚਾਹੇ ਚਰਚਾਂ ਨੇ, ਚਾਹੇ ਮਸਜਿਦਾਂ ਨੇ, ਸਾਰਿਆਂ ਸੰਬੰਧੀ ਜਿਹੜਾ ਇਹ ਐਲਾਨ BC ਸਰਕਾਰ ਵੱਲੋਂ ਕੀਤਾ ਗਿਆ ਕਿ ਉੱਥੇ ਜਿਹੜੇ ਲੋਕ ਜਾਂਦੇ ਨੇ, ਜੇਕਰ ਤੁਸੀਂ ਉਸ ਗੁਰੂ ਘਰ ਦੇ ਵਿੱਚ ਜਾਂ ਉਸ ਮੰਦਿਰ ਮਸਜਿਦ ਦੇ ਵਿੱਚ, ਚਰਚ ਦੇ ਵਿੱਚ ਜੇਕਰ ਉੱਥੇ ਤੁਸੀਂ ਪ੍ਰੂਫ ਆਫ ਵੈਕਸੀਨੇਸ਼ਨ ਚੈੱਕ ਕਰਦੇ ਹੋ ਤਾਂ ਫਿਰ ਉੱਥੇ ਜਿਹੜਾ ਵਾ ਆਮ ਦੀ ਵਾਂਗ ਲੋਕ ਜਾ ਸਕਦੇ ਨੇ। ਉੱਥੇ ਕੋਈ ਲਿਮਟ ਜਿਹੜੀ ਉਹ ਨਹੀਂ ਕੀਤੀ ਰੱਖੀ ਜਾਵੇਗੀ। ਪਰ ਜੇਕਰ ਉੱਥੇ ਪ੍ਰੂਫ ਆਫ ਵੈਕਸੀਨੇਸ਼ਨ ਚੈੱਕ ਨਹੀਂ ਕੀਤਾ ਜਾਂਦਾ ਤਾਂ ਉੱਥੇ ਫਿਰ ਜਿਹੜਾ ਵਾ ਉਹਦੀ ਲਿਮਟ 50% ਕਰ ਦਿੱਤੀ ਜਾਵੇਗੀ। ਭਾਵ ਕਿ ਮੰਨ ਲਓ ਇਸ ਵਕਤ ਕਿਸੇ ਜੇ ਗੁਰਦੁਆਰੇ ਦੀ ਜਿਹੜੀ ਲਿਮਟ ਆ ਕਿ ਉੱਥੇ 800 ਦੇ ਕਰੀਬ ਵਿਅਕਤੀ ਜਾ ਸਕਦੇ ਨੇ, ਉਸ ਸਾਲ ਦੇ ਅੰਦਰ ਬੈਠ ਸਕਦੇ ਨੇ, ਤਾਂ ਉੱਥੇ ਮਹਿਜ ਫਿਰ 400 ਹੀ ਬੈਠ ਸਕਣਗੇ। ਔਰ ਇਸ ਸੰਬੰਧੀ ਜਿਹੜਾ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਆ, ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਭਾਈ ਨਰਿੰਦਰ ਸਿੰਘ ਵਾਲੀਆ ਜੀ, ਉਹਨਾਂ ਨੇ ਕਿਹਾ ਕਿ ਜਿਹੜੇ ਕੰਮ ਕਰਨ ਵਾਲੇ ਦਿਨ ਹੁੰਦੇ ਆ, ਵੀਕਡੇਜ਼ ਹੁੰਦੇ ਆ, ਉਹਨਾਂ ਵਿੱਚ ਜਿਹੜੀ ਆ ਉਹ ਸੰਗਤ ਘੱਟ ਹੁੰਦੀ ਆ। ਸੋ ਇਸ ਕਰਕੇ ਉਹਨਾਂ ਦਿਨ 'ਚ ਕੋਈ ਬਹੁਤੀ ਸਮੱਸਿਆ ਨਹੀਂ ਆਵੇਗੀ ਜੇਕਰ 50% ਜਾਂ 50% ਲਿਮਟ ਕਰ ਦਿੱਤੀ ਜਾਂਦੀ ਆ। ਪਰ ਵੀਕਐਂਡ ਉੱਤੇ ਉਹਨਾਂ ਨੇ ਕਿਹਾ ਸ਼ਨੀਵਾਰ ਜਾਂ ਐਤਵਾਰ ਨੂੰ ਜਿਹੜੀ ਸੰਗਤ ਹੈ ਉਹ ਕਾਫੀ ਵੱਧ ਜਾਂਦੀ ਆ, ਔਰ ਕਦੇ-ਕਦੇ ਇਹ 1000 ਤੋਂ ਲੈ ਕੇ 2000 ਦੇ ਵਿੱਚ ਵੀ ਸੰਗਤ ਦਾ ਜਿਹੜਾ ਉਹ ਆਂਕੜਾ ਪਹੁੰਚ ਜਾਂਦਾ ਹੈ। ਔਰ ਕਹਿੰਦੇ ਵੀ ਉਹਨਾਂ ਹਾਲਾਤਾਂ ਦੇ ਵਿੱਚ ਹੁਣ ਮੈਨੇਜ ਕਰਨਾ ਕਈ ਵਾਰ ਔਖਾ ਹੋ ਜਾਵੇਗਾ। ਹਾਲਾਂਕਿ ਇਸ ਗੁਰਦੁਆਰੇ ਵਿੱਚ ਵੀ ਜਿਹੜੇ ਉਹ ਵੈਕਸੀਨ ਕੈਂਪ ਜਿਹੜੇ ਉਹ ਲੱਗਦੇ ਰਹੇ, ਕਈ ਲੋਕਾਂ ਨੂੰ ਵੈਕਸੀਨ ਇਸ ਗੁਰੂ ਘਰ ਦੇ ਵਿੱਚ ਲੱਗੀ ਆ, ਹੋਰਨਾਂ ਥਾਵਾਂ ਤੇ ਵੀ ਕੈਂਪ ਲੱਗੇ ਸੀਗੇ, ਹੋਰਨਾਂ ਗੁਰਦੁਆਰਿਆਂ ਵਿੱਚ ਵੀ। ਹੁਣ ਸੋ ਇਸ ਸੰਬੰਧੀ ਦੇਖਦੇ ਆ ਇਸ ਵੀਕਐਂਡ ਤੇ ਇਹ ਜਿਹੜਾ ਰੂਲ ਹੈ ਉਹ ਲਾਗੂ ਹੋ ਸਕਦਾ ਆ। ਸੋ ਦੇਖਦੇ ਆ ਕਿ ਕੀ ਕਦਮ ਚੁੱਕੇ ਜਾਂਦੇ ਆ ਕਿ ਜੇਕਰ ਪ੍ਰੂਫ ਆਫ ਵੈਕਸੀਨੇਸ਼ਨ ਚੈੱਕ ਕੀਤੇ ਜਾਂਦਾ, ਇਹਦਾ ਮਤਲਬ ਇਹ ਆ ਕਿ ਫਿਰ ਸਿਰਫ ਜਿਨ੍ਹਾਂ ਦੇ ਵੈਕਸੀਨ ਲੱਗੀ ਆ ਉਹੀ ਗੁਰੂ ਘਰਾਂ ਦੇ ਅੰਦਰ ਜਿਹੜੇ ਜਾ ਸਕਣਗੇ, ਦੂਜਾ ਵਿਅਕਤੀ ਜਿਹੜਾ ਉਹਨੂੰ ਮੋੜ ਦਿੱਤਾ ਜਾਵੇਗਾ। ਸੋ ਇਸ ਤਰੀਕੇ ਨਾਲ ਹੁਣ ਇਹ ਕਿਹਾ ਜਾ ਰਿਹਾ ਕਿ ਜਿੰਨੇ ਵੀ ਧਾਰਮਿਕ ਸਥਾਨ ਨੇ, ਤੁਸੀਂ ਜਿੱਥੇ ਵੀ ਪ੍ਰਾਰਥਨਾ ਕਰਨ ਜਾਓਗੇ, ਮੱਥਾ ਟੇਕਣ ਜਾਓਗੇ, ਤਾਂ ਉੱਥੇ ਤੁਹਾਡੇ ਵੀ ਇਹ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ, ਤਾਂ ਹੀ ਜਾ ਸਕਦੇ ਹੋ। ਸੋ ਦੇਖਦੇ ਆ ਕਿ ਕਿਸ ਤਰੀਕੇ ਨਾਲ ਇਸ ਸਥਿਤੀ ਨੂੰ ਹੈਂਡਲ ਕੀਤਾ ਜਾ ਸਕਦਾ ਜੀ। ਮਨਦੀਪ ਜੀ, ਇਸ ਤੋਂ ਇਲਾਵਾ ਜਿਵੇਂ ਕੈਨੇਡਾ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ ਯਾਤਰਾ ਸੰਬੰਧੀ, ਅਮਰੀਕਾ ਵੱਲੋਂ ਵੀ ਨਵੇਂ ਨਿਯਮ ਐਲਾਨੇ ਗਏ ਨੇ, ਜਿਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਹੁਣ ਅਮਰੀਕਾ ਵੱਲੋਂ ਕੀ ਰੂਲ ਰੱਖਿਆ ਗਿਆ ਹੈ? ਬਿਲਕੁਲ ਜੀ, ਜਿਵੇਂ ਕੈਨੇਡਾ ਨੇ 35 ਸੱਟੇ ਪਹਿਲਾਂ ਜਿਹੜੀ ਅਸੀਂ ਉਹ ਬੈਨ ਲਾਇਆ ਸੀ ਕਿ ਜਿਹੜੀਆਂ ਇਹ ਸਾਊਥ ਅਫਰੀਕਨ ਕੰਟਰੀਜ਼ ਨੇ, ਖਾਸ ਕਰਕੇ ਜਿੱਥੋਂ ਇਹ ਵਾਇਰਸ ਜਿਹੜਾ ਆ ਰਿਹਾ, ਨਵਾਂ ਵੇਰੀਐਂਟ ਆ ਰਿਹਾ, ਉੱਥੋਂ ਪਹਿਲਾਂ ਉਹਨਾਂ ਨੇ ਪਾਬੰਦੀ ਲਾਈ ਸੀਗੀ। ਔਰ ਹੁਣ ਜਿਹੜਾ ਵਾ ਕਿਉਂਕਿ ਇੱਕ ਥੋੜੀ ਜਿਹੀ ਉਹਨਾਂ ਨੇ ਤਬਦੀਲੀ ਕੀਤੀ ਆ, ਕਿਉਂਕਿ ਪਹਿਲਾਂ 72 ਘੰਟੇ ਜਿਹੜੇ ਉਹ ਦਿੱਤੇ ਜਾਂਦੇ ਸੀ ਕਿ ਜਦੋਂ ਕਿਸੇ ਨੇ ਅਮਰੀਕਾ ਆਉਣਾ ਆ ਤਾਂ 72 ਘੰਟੇ ਦੇ ਵਿਚਕਾਰ ਜਿਹੜਾ ਵਾ ਉਹ ਉਹਨਾਂ ਦਾ ਕੋਵਿਡ ਟੈਸਟ ਹੈ ਜਿਹੜਾ ਉਹ ਹੋਇਆ ਹੋਣਾ ਚਾਹੀਦਾ ਸੀ। 72 ਘੰਟਿਆਂ ਤੋਂ ਬਾਅਦ ਉਹ ਜਿਹੜਾ ਐਕਸਪਾਇਰ ਜਿਹੜਾ ਉਹ ਹੋ ਜਾਂਦਾ ਆ। ਪਰ ਹੁਣ ਜਿਹੜਾ ਵਾ ਇਹਦੀ ਜਿਹੜੀ ਮਨਿਆਦ ਉਹ 24 ਘੰਟੇ ਕਰ ਦਿੱਤੀ ਗਈ ਆ। ਭਾਵ ਕਿ ਫਲਾਈਟ 'ਚ ਬੈਠਣ ਤੋਂ ਇੱਕ ਦਿਨ ਪਹਿਲਾਂ ਤੁਹਾਨੂੰ ਹੁਣ ਇਹ ਕੋਵਿਡ ਟੈਸਟ ਜਿਹੜਾ ਕਰਾਉਣਾ ਪਵੇਗਾ ਤੇ ਉਹਦੀ ਰਿਪੋਰਟ ਲੈ ਕੇ ਤੁਸੀਂ ਅਮਰੀਕਾ ਪਹੁੰਚੋਗੇ, ਨੈਗੇਟਿਵ ਰਿਪੋਰਟ। ਔਰ 72 ਘੰਟੇ ਵਾਲੀ ਸ਼ਰਤ ਜਿਹੜੀ ਉਹ ਘਟਾ ਕੇ ਹੁਣ 24 ਘੰਟੇ ਉੱਤੇ ਲਿਆਂਦੀ ਗਈ ਆ। ਔਰ ਇਹਦੇ ਵਿੱਚ ਉਹਨਾਂ ਨੇ ਸਾਰੇ ਮੁਲਕਾਂ ਨੂੰ ਜਿਹੜਾ ਸ਼ਾਮਿਲ ਕੀਤਾ, ਜਿਵੇਂ ਕੈਨੇਡਾ ਨੇ ਅਮਰੀਕਾ ਨੂੰ ਰਾਹਤ ਦਿੱਤੀ ਸੀਗੀ ਕਿ ਅਮਰੀਕਾ ਤੋਂ ਆਉਣ ਵਾਲੇ ਲੋਕਾਂ ਨੂੰ ਜਿਹੜੀ ਟੈਸਟ ਕਰਾਉਣ ਦੀ ਲੋੜ ਨਹੀਂਗੀ ਜੇਕਰ ਉਹ 72 ਘੰਟੇ ਦੇ ਵਿੱਚ ਵਾਪਸ ਆ ਜਾਂਦੇ ਆ। ਪਰ ਹੁਣ ਵੀ ਜਿਹੜੀਆਂ ਨਵੀਆਂ ਸਖਤੀਆਂ ਹੋਈਆਂ ਨੇ ਉਹਦੇ ਵਿੱਚ ਵੀ ਅਮਰੀਕਾ ਨੂੰ ਰਾਹਤ ਦਿੱਤੀ ਗਈ ਸੀ। ਪਰ ਇਸ ਵਕਤ ਜੇਕਰ ਅਸੀਂ ਗੱਲ ਕਰੀਏ ਤਾਂ ਅਮਰੀਕਾ ਨੇ ਸਭ ਨੂੰ ਇੱਕੋ ਸੂਚੀ ਵਿੱਚ ਪਾਇਆ ਹੋਇਆ ਜੀ। ਮਨਦੀਪ ਜੀ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਹਾਲਾਤਾਂ ਬਾਰੇ। ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਜਿਹੜੀਆਂ ਥਾਵਾਂ ਤੇ ਜ਼ਿਆਦਾ ਬਾਰਿਸ਼ ਹੋਈ ਉੱਥੇ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ, ਪਰ ਕਈ ਥਾਵਾਂ ਤੇ ਇਵੈਕੂਏਸ਼ਨ ਆਰਡਰ ਜਿਹੜੇ ਨੇ ਉਹ ਅਜੇ ਵੀ ਜਾਰੀ ਕੀਤੇ ਗਏ, ਜਿਸ ਦੀ ਜਾਣਕਾਰੀ এনवायरमेंट ਕੈਨੇਡਾ ਵੱਲੋਂ ਵੀ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ। ਇਸ ਤੇ ਵਧੇਰੇ ਜਾਣਕਾਰੀ ਲੈਣ ਤੋਂ ਪਹਿਲਾਂ ਇੱਕ ਅਸੀਂ ਖਬਰ ਤੇ ਨਜ਼ਰ ਮਾਰ ਲੈਂਦੇ ਹਾਂ, ਜਿਸ ਵਿੱਚ ਦੱਸਿਆ ਜਾ ਰਿਹਾ ਕਿ ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ ਤੇ এনवायरमेंट ਕੈਨੇਡਾ ਵੱਲੋਂ ਕੀ ਕਿਹਾ ਜਾ ਰਿਹਾ ਹੈ। ਮੌਸਮ ਸੰਬੰਧੀ ਸਦਰਨ ਬ੍ਰਿਟਿਸ਼ ਕੋਲੰਬੀਆ ਵਿੱਚ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ, ਪਰ ਅਜੇ ਵੀ ਕਈ ਹਿੱਸਿਆਂ ਵਾਸਤੇ ਫਲੱਡ ਵਾਰਨਿੰਗ ਜਾਰੀ ਕੀਤੀ ਗਈ ਹੈ। ਦੱਸਿਏ ਕਿ ਸਦਰਨ ਬ੍ਰਿਟਿਸ਼ ਕੋਲੰਬੀਆ 'ਚ ਜੋ ਇੱਕ ਤੀਸਰਾ ਵੱਡਾ ਤੂਫਾਨ ਆਇਆ ਉਹ ਹੁਣ ਹੌਲੀ ਹੁੰਦਾ ਹੋਇਆ ਦਿਖਾਈ ਦਿੱਤਾ। ਦੂਜੇ ਪਾਸੇ ਫਰੇਜ਼ਰ ਵੈਲੀ ਅਤੇ ਕਈ ਹੋਰ ਇਲਾਕਿਆਂ ਵਾਸਤੇ ਅਜੇ ਵੀ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਨੇ। ਹਾਈਵੇ 99 ਤੋਂ ਮਡ ਸਲਾਈਡ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ।
ਦੱਸੀਏ ਕਿ ਸੂਬੇ ਵਿੱਚ ਅਜੇ ਵੀ ਕਈ ਅਜਿਹੇ ਹਾਈਵੇ ਹਨ ਜਿਨ੍ਹਾਂ ਤੇ ਟਰੈਵਲ ਐਡਵਾਈਜ਼ਰੀ ਲਗਾਈਆਂ ਗਈਆਂ ਨੇ। ਹਾਈਵੇਜ਼ ਨੂੰ ਸਿਰਫ ਜ਼ਰੂਰੀ ਆਵਾਜਾਈ ਵਾਸਤੇ ਹੀ ਖੋਲ੍ਹਿਆ ਗਿਆ ਹੈ। ਇੱਥੇ ਮੌਸਮ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਮੈਟਰੋ ਵੈਨਕੂਵਰ ਅਤੇ ਫਲੱਡ ਰਿਵੇਲਡ ਫਰੀਜ਼ਰ ਵੈਲੀ ਨਾਲ ਵੈਸਟ ਕੋਸਟ ਐਕਸਪ੍ਰੈਸ ਟ੍ਰੇਨਸ ਰੱਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਟਰੈਕਸ ਤੇ ਮਡਸਲਾਈਡ ਦੇਖਣ ਨੂੰ ਮਿਲ ਰਹੀ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਇਹਨਾਂ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਕਵਾਇਲਾ, ਚਲਾਵੈਕ ਅਤੇ ਹੋਰ ਕਈ ਖੇਤਰਾਂ ਵਾਸਤੇ ਹੜ੍ਹ ਨਾਲ ਸੰਬੰਧਿਤ ਚੇਤਾਵਨੀ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ ਜੋ ਕਈ ਖੇਤਰਾਂ ਅੰਦਰ ਹਾਲਾਤ ਬਣੇ ਹੋਏ ਨੇ, ਇਸ ਬਾਰੇ ਲਗਾਤਾਰ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਇੱਥੇ ਸਿੱਖ ਕਮਿਊਨਿਟੀ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਰੂਰਤਮੰਦਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਅਤੇ ਜ਼ਰੂਰਤ ਦੀਆਂ ਚੀਜ਼ਾਂ ਵੀ ਪਹੁੰਚਾਈਆਂ ਜਾ ਰਹੀਆਂ ਨੇ, ਜਿਸ ਦੀ ਜਾਣਕਾਰੀ ਲਗਾਤਾਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਸਾਂਝੀ ਕੀਤੀ ਜੀ। ਮਨਦੀਪ ਜੀ, ਹੁਣ ਜੋ ਇੱਥੇ ਬ੍ਰਿਟਿਸ਼ ਕੋਲੰਬੀਆ ਬਾਰੇ ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ, ਸਵਾਲ ਤੁਹਾਡੇ ਤੋਂ ਇਹੀ ਹੈ ਕਿ ਇਸ ਸਮੇਂ ਕੀ ਜਿਹੜੀ ਸਥਿਤੀ ਹੈ ਉਹ ਬਣੀ ਹੋਈ ਹੈ ਤੇ ਰਾਹਤ ਕਾਰਜ ਕਿਸ ਤਰ੍ਹਾਂ ਚਲਾਏ ਜਾ ਰਹੇ ਨੇ? ਬਿਲਕੁਲ ਜੀ, ਜਿਸ ਤਰੀਕੇ ਨਾਲ ਤੁਸੀਂ ਇਸ ਰਿਪੋਰਟ ਦੇ ਵਿੱਚ ਵੀ ਦੱਸਿਆ ਕਿ ਹੁਣ ਜਿਹੜੀਆਂ ਚੇਤਾਵਨੀਆਂ ਥੋੜ੍ਹੀਆਂ ਜਿਹੀਆਂ ਰਾਹਤ ਭਰੀਆਂ ਨੇ ਕਿਉਂਕਿ ਮੀਂਹ ਜਿਹੜਾ ਵਾ ਉਹ ਪਹਿਲਾਂ ਨਾਲੋਂ ਘਟ ਗਿਆ ਆ। ਪਰ ਜਿਸ ਤਰੀਕੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਕੁਝ ਥਾਵਾਂ ਤੇ ਦਰਿਆਵਾਂ 'ਚ ਪਾਣੀ ਹੱਲੇ ਵੀ ਜ਼ਿਆਦਾ ਹੈ ਕਿਉਂਕਿ ਬਰਫ਼ ਪਿਘਲਣ ਦੇ ਕਾਰਨ ਜਿਹੜਾ ਸਾਰਾ ਪਾਣੀ ਉਹ ਦਰਿਆਵਾਂ 'ਚ ਆ ਰਿਹਾ ਵਾ ਔਰ ਖਤਰੇ ਦੇ ਨਿਸ਼ਾਨ ਤੋਂ ਹੱਲੇ ਵੀ ਉੱਪਰ ਚੱਲ ਰਹੇ ਨੇ। ਔਰ ਹੱਲੇ ਵੀ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਹੱਲੇ ਲੋਕ ਘਰਾਂ 'ਚ ਨਹੀਂ ਜਾ ਸਕੇ ਨੇ। ਕੁਝ ਲੋਕ ਘਰਾਂ 'ਚ ਜਾ ਰਹੇ ਨੇ ਪਰ ਉਹ ਪਹਿਲਾਂ ਪੰਪ ਲਾ ਕੇ ਆਪਣੇ ਘਰਾਂ ਦੇ ਵਿੱਚੋਂ ਪਾਣੀ ਬਾਹਰ ਕੱਢ ਰਹੇ ਨੇ ਔਰ ਖਾਸ ਕਰਕੇ ਕਈ ਥਾਵਾਂ ਤੇ ਹੱਲੇ ਵੀ ਖਾਸ ਕਰਕੇ ਚਿਲਾਵੈਕ ਦੇ ਕੁਝ ਇਲਾਕਿਆਂ ਵਿੱਚ ਸੈਂਡ ਬੈਗ ਲਾ ਕੇ ਉੱਥੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਔਰ ਜਿਹੜਾ ਇੱਕ ਟਾਈਗਰ ਡੈਮ ਬਣਾਇਆ ਗਿਆ ਸੀ ਹਾਈਵੇ 1 ਤੇ, ਉਹ ਜਿਹੜਾ ਬੰਨ੍ਹ ਆ ਉਹਨੂੰ ਹੁਣ ਚੱਕ ਦਿੱਤਾ ਗਿਆ ਵਾ ਅਤੇ ਹੋਪ ਅਤੇ ਐਪਸਫੋਰਡ ਦੇ ਵਿਚਕਾਰ ਜਿਹੜਾ ਹਾਈਵੇ 1 ਆ ਉਹਨੂੰ ਹੁਣ ਖੋਲ੍ਹ ਦਿੱਤਾ ਗਿਆ ਅੱਜ ਤੋਂ। ਸੋ ਲਗਾਤਾਰ ਜਿਹੜੀਆਂ ਸਥਿਤੀਆਂ ਬਦਲ ਰਹੀਆਂ ਨੇ। ਸੋ ਜਦੋਂ ਹੁਣ ਇਹ ਹਾਈਵੇ ਖੁੱਲ੍ਹੇਗਾ ਤਾਂ ਰਾਹਤ ਕਾਰਜ ਹੋਰ ਵੀ ਤੇਜ਼ ਹੋਣਗੇ ਕਿਉਂਕਿ ਕਾਫੀ ਜਿਹੜੇ ਵਲੰਟੀਅਰ ਆ ਉਹ ਜਾ ਕੇ ਸੈਂਡ ਬੈਗ ਤੇ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਜਾ ਕੇ ਜਿਹੜੇ ਲੋਕ ਫਸੇ ਹੋਏ ਨੇ, ਪ੍ਰਭਾਵਿਤ ਨੇ, ਉਹਨਾਂ ਨੂੰ ਜਾ ਕੇ ਉੱਥੇ ਪਹੁੰਚਾ ਰਹੇ ਨੇ। ਸੋ ਇਸ ਵਕਤ ਥੋੜੀ ਜਿਹੀ ਰਾਹਤ ਦੀ ਗੱਲ ਇਹ ਆ ਕਿ ਹੁਣ ਮੀਂਹ ਘਟਿਆ। ਅੱਜ ਇੱਥੇ ਮੈਟਰੋ ਵੈਨਕੂਵਰ ਦੇ ਵਿੱਚ ਵੀ ਚੰਗੀ ਧੁੱਪ ਨਿਕਲੀ ਹੋਈ ਆ। ਪਿਛਲੇ ਦਿਨ ਹੀ ਚੰਗਾ ਮੀਂਹ ਪੈ ਰਿਹਾ ਸੀਗਾ। ਸੋ ਪਰ ਹੱਲੇ ਵੀ ਕਿਉਂਕਿ ਦਰਿਆਵਾਂ ਵਿੱਚ ਪਾਣੀ ਚੜਿਆ ਹੋਇਆ, ਅਮਰੀਕਾ ਦੀ ਜਿਹੜੀ ਰਿਵਰ ਆ ਉੱਥੋਂ ਵੀ ਹੱਲੇ ਪਾਣੀ ਆ ਰਿਹਾ। ਸੋ ਇਸ ਕਰਕੇ ਹੱਲੇ ਵੀ ਪਾਣੀ ਤਾਂ ਹੈ ਪਰ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੁਣ ਇਹ ਪਾਣੀ ਹੌਲੀ-ਹੌਲੀ ਥੱਲੇ ਨੂੰ ਜਾਵੇਗਾ। ਪਰ ਸਭ ਕੁਝ ਇੱਕਦਮ ਨਾਰਮਲ ਨਹੀਂ ਹੋਣ ਵਾਲਾ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ। ਕਈ ਥਾਵਾਂ ਤੋਂ ਹਾਈਵੇ ਟੁੱਟੇ ਹੋਏ ਆ। ਕੱਲ ਵੀ ਇੱਕ ਹਾਈਵੇ 99 ਤੇ ਮਡਸਲਾਈਡ ਦੀ ਜਿਹੜੀ ਖਬਰ ਆਈ ਸੀ ਕੱਲ ਸ਼ਾਮੀ। ਸੋ ਇਸ ਤੋਂ ਇਲਾਵਾ ਕਈ ਥਾਵਾਂ ਤੋਂ ਹਾਈਵੇ ਪਹਿਲਾਂ ਟੁੱਟੇ ਹੋਏ ਆ। ਸੋ ਸਭ ਕੁਝ ਨਾਰਮਲ ਹੋਣ ਨੂੰ ਕੁਝ ਸਮਾਂ ਤਾਂ ਲੱਗੇਗਾ ਪਰ ਇੰਨਾ ਜ਼ਰੂਰ ਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਜਿਹੜਾ ਪਾਣੀ ਇੰਨਾ ਚੜਿਆ ਹੋਇਆ ਉਹ ਉਤਰ ਜਾਵੇਗਾ। ਜੀ ਮਨਦੀਪ ਜੀ, ਇਸ ਤੋਂ ਬਾਅਦ ਇੱਕ ਕੈਲਗਰੀ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਵੱਲੋਂ ਕੁਝ ਅਜਿਹਾ ਕੀਤਾ ਗਿਆ ਜਿਸ ਤੋਂ ਬਾਅਦ 5.5 ਸਾਲ ਦੀ ਜੇਲ੍ਹ ਦੀ ਸਜ਼ਾ ਉਸ ਨੂੰ ਸੁਣਾਈ ਗਈ ਹੈ। ਕੀ ਹੈ ਪੂਰਾ ਮਾਮਲਾ? ਬਿਲਕੁਲ ਜੀ, ਨੌਜਵਾਨ 22 ਸਾਲ ਦਾ ਪੰਜਾਬੀ ਆ ਜੀ ਜਸਕਰਨ ਸਿੱਧੂ ਇਹਦਾ ਨਾਮ ਦੱਸਿਆ ਜਾ ਰਿਹਾ ਔਰ ਇਸ ਉੱਤੇ ਇੱਕ ਹੋਰ ਵੀ ਮਾਮਲਾ ਚੱਲ ਰਿਹਾ ਜੋ ਕਿ ਕਤਲ ਨਾਲ ਸੰਬੰਧਿਤ ਆ, ਫਸਟ ਡਿਗਰੀ। ਪਰ ਇਹ ਇੱਕ ਹੋਰ ਮਾਮਲਾ ਸੀ ਜਿਹਦੇ ਵਿੱਚ ਸੜਕ ਉੱਤੇ ਕਾਰ ਤੇਜ਼ ਭਜਾਉਣ ਤੇ ਉਸ ਤੋਂ ਬਾਅਦ ਫਿਰ ਇੱਕ ਗੱਡੀ ਉੱਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦਾ ਇਹ ਜਿਹੜਾ ਮਾਮਲਾ ਸੀਗਾ। ਸੋ ਇਹ ਮਾਮਲਾ ਪਿਛਲੇ ਸਾਲ ਦਾ ਸੀ, 2020 ਦੇ ਵਿੱਚ ਇਹ ਘਟਨਾ ਵਾਪਰੀ ਸੀਗੀ ਔਰ ਆਪਣੇ ਜਿਹੜੇ ਪਿਓ ਦੀ ਕਾਰ ਲੈ ਕੇ ਇਹ ਨੌਜਵਾਨ ਜਿਹੜਾ ਸੀ ਸੜਕ ਦੇ ਉੱਤੇ ਇੱਕ ਹੋਰ ਗੱਡੀ ਦੇ ਮਗਰ ਜਿਹੜਾ ਉਹ ਗੱਡੀ ਲਾ ਕੇ ਭਜਾ ਰਿਹਾ ਸੀਗਾ ਔਰ ਫਿਰ ਜਦੋਂ ਗੱਡੀ ਜਿਹੜੀ ਦੂਸਰੀ ਮਰਸੀਡੀਜ਼ ਦੀ ਕਾਰ ਦੱਸੀ ਜਾ ਰਹੀ ਜਦੋਂ ਉਸ ਤੋਂ ਅੱਗੇ ਲੰਘਿਆ ਤਾਂ ਅੱਗੇ ਜਾ ਕੇ ਫਿਰ ਯੂ ਟਰਨ ਲੈ ਕੇ ਉਸੇ ਕਾਰ ਦੇ ਵਿੱਚ ਜਿਸ 'ਚ ਦੋ ਨੌਜਵਾਨ ਬੈਠੇ ਸੀਗੇ ਉੱਤੇ ਤੇ ਗੋਲੀਆਂ ਚਲਾਉਣ ਦਾ ਜਿਹੜਾ ਇਹ ਮਾਮਲਾ ਸੀਗਾ। ਸੋ ਇਹਦੇ ਵਿੱਚ ਹੁਣ ਜਦੋਂ ਸੁਣਵਾਈ ਹੋਈ ਆ ਤੇ ਇਹਦੇ ਵਿੱਚ ਨਾਲ ਹੋਰ ਵੀ 2 ਗ੍ਰਿਫਤਾਰੀਆਂ ਹੋਈਆਂ ਸੀ ਜਸਕਰਨ ਦੇ ਨਾਲ ਕਿਉਂਕਿ ਉਹਦੀ ਕਾਰ ਦੱਸਿਆ ਜਾਂਦਾ ਕਿ ਹੋਰ ਵੀ ਨੌਜਵਾਨ 1-2 ਜਾਣੇ ਸੀਗੇ। ਸੋ ਇਸ ਮਾਮਲੇ ਵਿੱਚ ਉਹਨੂੰ ਹੁਣ 5.5 ਸਾਲ ਦੀ ਜਿਹੜੀ ਉਹ ਕੈਦ ਸੁਣਾਈ ਗਈ ਆ। ਪਰ ਹਾਲੇ ਵੀ ਰਾਹਤ ਦੀ ਖਬਰ ਇਹ ਨਹੀਂ ਗੀ ਕਿਉਂਕਿ ਹਾਲੇ ਇੱਕ ਮਾਮਲਾ ਪੈਂਡਿੰਗ ਆ, ਉਹਦੇ ਵਿੱਚ ਵੀ ਹਾਲੇ ਅੱਗੇ ਜਿਹੜਾ ਟ੍ਰਾਇਲ ਹੈ ਉਹ ਚੱਲਣਾ ਹੈ। ਜੀ ਅਗਲੀ ਖਬਰ ਨਿਊ ਬਰਨਸਵਿਕ ਨਾਲ ਜੁੜੀ ਹੋਈ ਹੈ ਜਿੱਥੇ ਮਿਨੀਮਮ ਵੇਜ ਵਿੱਚ ਵਾਅਦਾ ਕੀਤਾ ਗਿਆ। ਕਾਫੀ ਲੰਬੇ ਸਮੇਂ ਤੋਂ ਬਾਅਦ ਇਹ ਵਾਅਦਾ ਜਿਹੜਾ ਇੱਥੇ ਦਰਜ ਕੀਤਾ ਗਿਆ ਹੈ, ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਿਓ। ਬਿਲਕੁਲ ਜੀ, ਅਸੀਂ ਪਿਛਲੇ ਦਿਨੀ ਵੀ ਵੱਖ-ਵੱਖ ਕੈਨੇਡਾ ਦੀਆਂ ਪ੍ਰੋਵਿੰਸਸ ਤੋਂ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ। ਜਿਵੇਂ
ਇੱਥੇ BC ਵਿੱਚ ਵੀ ਜਿਹੜੀ ਉਹ ਮਿਨੀਮਮ ਵੇਜ ਜਿਹੜੀ ਆ ਪਿਛਲੇ ਦਿਨੀ ਵਧਾਈ ਗਈ ਸੀ। ਅਲਬਰਟਾ ਤੋਂ ਵੀ ਇਹ ਖਬਰ ਸਾਹਮਣੇ ਆਈ ਸੀ। ਅੰਟਾਰੀਓ ਵਿੱਚ ਵੀ ਅਗਲੇ ਸਾਲ 2022 ਤੋਂ ਜਿਹੜੀ ਉਹ ਵੱਧ ਜਾਵੇਗੀ ਔਰ ਉੱਥੇ ਦੇ ਜਿਹੜੇ NDP ਲੀਡਰ ਨੇ, ਕਿਉਂਕਿ ਉੱਥੇ ਵੋਟਾਂ ਵੀ ਅੱਗੇ ਆ ਰਹੀਆਂ ਨੇ, ਹਾਲਾਂਕਿ ਇਸ ਵਕਤ ਉੱਥੇ ਜਿਹੜੀ ਉਹ ਕੰਜ਼ਰਵੇਟਿਵ ਦੀ ਸਰਕਾਰ ਆ, ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ, ਪਰ ਉਹ ਅਗਲੇ ਸਾਲ ਲਈ ਜਿਹੜਾ ਵਾ ਜੋ ਚੋਣਾਂ ਤੋਂ ਬਾਅਦ ਕਾਫੀ ਮਿਨੀਮਮ ਵੇਜ ਵਧਾਉਣ ਦੀ ਗੱਲ ਕਰ ਰਹੇ ਨੇ। ਪਰ ਅੱਜ ਜਿਹੜੀ ਖਬਰ ਆਈ ਹੈ ਨਿਊ ਬ੍ਰਿੰਸਵਿਕ ਤੋਂ ਆਈ ਹੈ ਔਰ ਇੱਕ ਇਤਿਹਾਸਿਕ ਵਾਧਾ ਉੱਥੋਂ ਦੇ ਹਿਸਾਬ ਨਾਲ ਕੀਤਾ ਗਿਆ, ਕਿਉਂਕਿ ਹੁਣ ਪੂਰੇ $2 ਜਿਹੜੀ ਆ ਉਹ ਮਿਨੀਮਮ ਵੇਜ ਦੇ ਵਿੱਚ ਵਾਧਾ ਕੀਤਾ ਗਿਆ ਤੇ ਇਹ ਹੁਣ ਵੱਧ ਕੇ 13.75 ਹੋ ਜਾਵੇਗੀ। $13.75 ਪ੍ਰਤੀ ਘੰਟਾ ਮਿਨੀਮਮ ਵੇਜ ਉੱਥੇ ਹੋ ਜਾਵੇਗੀ ਅਤੇ 1980 ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਵਾਧਾ ਜਿਹੜਾ ਉਹ ਦੱਸਿਆ ਜਾ ਰਿਹਾ। ਔਰ ਖਾਸ ਕਰਕੇ ਜਿਹੜਾ ਉਹ ਐਟਲਾਂਟਿਕ ਖੇਤਰ ਆ, ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਉਸ ਖੇਤਰ ਦੇ ਵਿੱਚ ਜਿਵੇਂ ਬ੍ਰਿਟਿਸ਼ ਕੋਲੰਬੀਆ ਇਹ ਦਾਅਵਾ ਕਰਦਾ ਆ, ਕਿਉਂਕਿ ਇੱਥੇ ਜਿਹੜੀ ਮਿਨੀਮਮ ਵੇਜ ਆ ਉਹ $15.20 ਪ੍ਰਤੀ ਘੰਟਾ ਆ। ਸੋ ਇਹ ਜਿੰਨੀਆਂ ਵੀ ਪ੍ਰੋਵਿੰਸਸ ਨੇ ਕੈਨੇਡਾ ਦੇ ਵਿੱਚ ਸੂਬੇ ਨੇ, ਉਹਨਾਂ ਵਿੱਚੋਂ ਸਭ ਤੋਂ ਵੱਧ ਮਿਨੀਮਮ ਵੇਜ ਹੋਣ ਦਾ ਜਿਹੜਾ ਰਿਕਾਰਡ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਸਿਰ ਆ। ਸੋ ਇਸੇ ਤਰੀਕੇ ਨਾਲ ਜਿਹੜੀਆਂ ਐਟਲਾਂਟਿਕ ਪ੍ਰੋਵਿੰਸਸ ਆ, ਉਸ ਖੇਤਰ ਦੇ ਵਿੱਚੋਂ ਹੁਣ ਸਭ ਤੋਂ ਵੱਧ ਜਿਹੜੀ ਮਿਨੀਮਮ ਵੇਜ ਆ ਉਹ ਨਿਊ ਬ੍ਰਿੰਸਵਿਕ ਦੀ ਹੋਵੇਗੀ, ਜਿੱਥੇ ਹੁਣ ਇਹ ਪ੍ਰਤੀ ਘੰਟਾ $13.75 ਜਿਹੜੀ ਉਹ ਕਰ ਦਿੱਤੀ ਗਈ ਹੈ। ਐਲਾਨ ਹੋ ਗਿਆ ਤੇ ਜਲਦ ਇਹ ਤੇ ਅਮਲ ਵੀ ਹੋ ਜਾਵੇਗਾ। ਜੀ, ਅਗਲੀ ਖਬਰ ਓਨਟਾਰੀਓ ਨਾਲ ਸੰਬੰਧਿਤ ਹੈ। ਓਨਟਾਰੀਓ ਤੋਂ ਵੀ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ। ਓਮਿਕਰੌਨ ਵੇਰੀਐਂਟ ਦਾ ਮਾਮਲਾ ਜੋ ਸਾਹਮਣੇ ਆਇਆ, ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਹਾਸਿਲ ਕਰਨਾ ਚਾਹਾਂਗੇ। ਜੀ ਬਿਲਕੁਲ ਜੀ, ਓਮਿਕਰੌਨ ਦਾ ਜਿਹੜਾ ਇੱਕ ਹੋਰ ਮਾਮਲਾ ਹੈ ਉਹ ਇਸ ਵਕਤ ਅੰਟਾਰੀਓ ਤੋਂ ਸਾਹਮਣੇ ਆ ਗਿਆ ਤੇ ਕੁੱਲ ਜਿਹੜੀ ਹੁਣ ਗਿਣਤੀ ਉੱਥੇ 5 ਹੋ ਗਈ ਆ, ਕਿਉਂਕਿ ਕੱਲ ਜੇਕਰ ਅਸੀਂ ਹਿਸਾਬ ਲਾਈਏ ਤਾਂ ਕੁੱਲ ਮਿਲਾ ਕੇ 7 ਮਾਮਲੇ ਸੀ ਪੂਰੇ ਕੈਨੇਡਾ ਵਿੱਚ, ਜਿਹਦੇ ਵਿੱਚੋਂ ਹੁਣ ਕਾਫੀ ਗਿਣਤੀ ਵੱਧ ਗਈ ਹੈ, ਕਿਉਂਕਿ ਇੱਕ ਅਲਬਰਟਾ ਵਿੱਚ ਹੈਗਾ, ਇੱਕ BC 'ਚ ਹੈਗਾ, 2 ਕਿਊਬੈਕ 'ਚ ਤੇ 5 ਜਿਹੜੇ ਆ ਹੁਣ ਉਹ ਅੰਟਾਰੀਓ ਵਿੱਚ ਹੋ ਗਏ ਨੇ। ਸੋ ਇਸ ਵਿਅਕਤੀ ਸੰਬੰਧੀ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਇਹ ਵੀ ਇਹਨਾਂ ਸਾਊਥ ਅਫਰੀਕਨ ਕੰਟਰੀਜ਼ ਤੋਂ ਹੀ ਜਿਹੜਾ ਉਹ ਟਰੈਵਲ ਕਰਕੇ ਆਇਆ ਸੀ, ਜਿਨ੍ਹਾਂ ਤੇ ਇਸ ਵਕਤ ਪਾਬੰਦੀ ਲੱਗੀ ਹੋਈ ਆ ਤੇ ਇਸ ਵਕਤ ਇਹਨੂੰ ਆਈਸੋਲੇਟ ਜਿਹੜਾ ਉਹ ਕੀਤਾ ਹੋਇਆ। ਸੋ ਇਸ ਨੂੰ ਰੋਕਣ ਲਈ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਜਿਹਦੀ ਅਸੀਂ ਕੱਲ ਵੀ ਜਾਣਕਾਰੀ ਦਿੱਤੀ ਸੀ ਔਰ ਅੱਜ ਉਹ ਐਲਾਨ ਕਰ ਦਿੱਤਾ ਅੰਟਾਰੀਓ ਸਰਕਾਰ ਵੱਲੋਂ ਕਿ ਬੂਸਟਰ ਸ਼ਾਟ ਦੀ ਜਿਹੜੀ ਐਲੀਜੀਬਿਲਟੀ ਹੈ ਉਹ ਵਧਾ ਦਿੱਤੀ ਗਈ ਆ, ਕਿਉਂਕਿ ਜਿਵੇਂ ਕਿਊਬਕ ਵਿੱਚ ਅਸੀਂ ਗੱਲ ਕਰੀਏ ਤਾਂ 70 ਸਾਲ ਤੋਂ ਉੱਪਰ ਦੀ ਉਮਰ ਦੇ ਵਿਅਕਤੀਆਂ ਦੇ ਜਿਹੜੇ ਉਹ ਬੂਸਟਰ ਸ਼ਾਟ ਲੱਗ ਰਹੇ ਨੇ, ਉਹਨਾਂ ਨੂੰ ਸੱਦਾ ਭੇਜਿਆ ਜਾ ਰਿਹਾ ਕਿ ਉਹ ਬੂਸਟਰ ਸ਼ਾਟ ਲਵਾ ਸਕਦੇ ਨੇ ਜਿਨ੍ਹਾਂ ਦੀ ਉਮਰ 70 ਸਾਲ ਤੋਂ ਵੱਧ ਆ। ਪਰ ਇਹ ਉਮਰ ਹੁਣ ਅੰਟਾਰੀਓ ਵਿੱਚ 50 ਸਾਲ ਕਰ ਦਿੱਤੀ ਗਈ ਆ। 50 ਸਾਲ ਤੋਂ ਉਮਰ ਦੇ ਜਿੰਨੇ ਵੀ ਵਿਅਕਤੀ ਨੇ ਉਹ ਜਿਹੜੇ ਇਹ ਬੂਸਟਰ ਸ਼ਾਟ ਹੁਣ ਜਾ ਕੇ ਲਵਾ ਸਕਦੇ ਆ। ਔਰ ਇਸ ਨਵੇਂ ਵੇਰੀਐਂਟ ਨੂੰ ਰੋਕਣ ਲਈ ਜਿਹੜੇ ਹੋਰ ਕੇਸ ਆ ਰਹੇ ਆ, ਕਿਉਂਕਿ ਦੁਬਾਰਾ ਹੁਣ 800-900 ਦੀ ਰੇਂਜ ਦੇ ਵਿੱਚ ਅੰਟਾਰੀਓ ਪਹੁੰਚ ਰਿਹਾ, ਇੰਨੇ ਕੁ ਮਾਮਲੇ ਉੱਥੋਂ ਸਾਹਮਣੇ ਆ ਰਹੇ ਨੇ। ਸੋ ਇਸ ਕਰਕੇ ਹੁਣ ਉੱਥੇ ਬੂਸਟਰ ਸ਼ਾਟ ਜਿਹੜਾ ਆ ਉਹਦੀ ਐਲੀਜੀਬਿਲਟੀ ਵਧਾ ਦਿੱਤੀ ਗਈ ਹੈ। ਜੀ, ਸੋ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਇਹਨਾਂ तमाम ਖਬਰਾਂ ਤੇ ਵਿਚਾਰ ਚਰਚਾ ਕਰਨ ਵਾਸਤੇ। ਜੀ ਬਹੁਤ ਬਹੁਤ ਧੰਨਵਾਦ। ਜੀ, ਰੋਜ਼ਾਨਾ ਇਸੇ ਤਰ੍ਹਾਂ ਪ੍ਰੋਗਰਾਮ ਕੈਨੇਡਾ ਨਾਓ ਦੀ ਰਾਹੀਂ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਬਾਕੀ ਖਬਰਾਂ ਵਾਸਤੇ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ।